ਲਾਲੜੂਚ ਮਾਈਨਿੰਗ ਮਾਫੀਆ ਨੇ ਕਿਸਾਨ ਦਾ ਕੀਤਾ ਕਤਲ। ਨਾਜਾਇਜ਼ ਮਾਈਨਿੰਗ ਰੋਕਣ ਤੇ ਕਿਸਾਨ ਨੂੰ ਟਰੈਕਟਰ ਨਾਲ ਕੁਚਲਿਆ। 6 ਮੁਲਜ਼ਮਾਂ ਤੇ FIR, 1 ਗ੍ਰਿਫਤਾਰ। ਨਵੇਂ ਵਿਵਾਦ 'ਚ ਫਸੇ ਸਾਬਕਾ CM ਚਰਨਜੀਤ ਸਿੰਘ ਚੰਨੀ ਦਸਤਾਰ ਤੇ ਟੋਪੀ ਰੱਖਣ ਨੂੰ ਲੈ ਕੇ SGPC ਨੇ ਜਤਾਇਆ ਸਖਤ ਇਤਰਾਜ਼। ਸਿੱਖ ਪਰੰਪਰਾ ਦੀ ਉਲੰਘਣਾ ਦੱਸਦਿਆਂ ਮੁਆਫੀ ਦੀ ਚੁੱਕੀ ਮੰਗ। ਹਿਮਾਚਲ ਦੌਰੇ ਦੇ ਦੌਰਾਨ CM ਸੁੱਖੂ ਨੇ ਪਹਿਨਾਈ ਸੀ ਟੋਪੀ। ਰਾਮ ਰਹੀਮ ਨੂੰ ਹਾਰਡਕੋਰ ਅਪਰਾਧੀ ਨਹੀਂ ਮੰਨਦੀ ਹਰਿਆਣਾ ਸਰਕਾਰ। ਹਾਈਕੋਰਟ 'ਚ ਦਾਖਲ ਕੀਤਾ ਜਵਾਬ। ਕਿਹਾ ਚੰਗੇ ਆਚਰਣ ਦੇ ਚਲਦਿਆਂ ਦਿੱਤੀ ਗਈ ਪੈਰੋਲ। SGPC ਨੇ ਪੈਰੋਲ ਖਿਲਾਫ ਦਾਖਲ ਕੀਤੀ ਹੈ ਪਟੀਸ਼ਨ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਤੇਜ਼। ਅਜਨਾਲਾ ਪੁਲਿਸ ਨੇ ਜੱਲੂਪੁਰ ਖੇੜਾ ਪਿੰਡ 'ਚ ਕੀਤੀ ਰੇਡ। ਅੰਮ੍ਰਿਤਪਾਲ ਦੇ ਸਾਥੀਆਂ ਤੇ ਵੀ ਖੰਗਾਲੇ ਜਾ ਰਹੇ ਠਿਕਾਣੇ। ਨੌਜਵਾਨ ਨੂੰ ਅਗਵਾ ਕਰ ਕੁੱਟਮਾਰ ਕਰਨ ਦੇ ਮਾਮਲੇ 'ਚ ਦਰਜ ਹੋਇਆ ਹੈ ਕੇਸ। ਮੁਹਾਲੀ RPG ਅਟੈਕ ਮਾਮਲੇ 'ਚ ਇੱਕ ਹੋਰ ਵੱਡੀ ਗ੍ਰਿਫਤਾਰੀ। ਲੰਡਾ ਦੇ ਕਰੀਬੀ ਪਿੰਦੂ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ। ਹਮਲੇ 'ਚ ਇਸਤੇਮਾਲ RPG ਨੂੰ ਲੁਕਾਉਣਾ ਰੱਖਿਆ ਸੀ ਆਪਣੇ ਘਰ। ਪੰਜਾਬ ਦਾ ਮੋਸਟ ਵਾਂਟਡ ਦੁਸ਼ਮਣ ਰਿੰਦਾ ਅੱਤਵਾਦੀ ਘੋਸ਼ਿਤ। ਕੇਂਦਰ ਸਰਕਾਰ ਨੇ ਐਲਾਨਿਆ ਟੈਰਰਿਸਟ। ਖਾਲਿਸਤਾਨ ਟਾਈਗਰ ਫੋਰਸ ਨੂੰ ਵੀ ਐਲਾਨਿਆ ਅੱਤਵਾਦੀ ਸੰਗਠਨ। ਅੰਮ੍ਰਿਤਸਰ 'ਚ ਪੁਲਿਸ ਨੇ ਭੱਜ ਰਹੇ 2 ਮੁਲਜ਼ਮ ਕੀਤੇ ਗ੍ਰਿਫਤਾਰ। ਕਾਫੀ ਦੇਰ ਪਿੱਛਾ ਕਰਨ ਤੋਂ ਬਾਅਦ ਕੀਤੇ ਕਾਬੂ। ਮੁਲਜ਼ਮਾਂ ਨੇ ਗੱਡੀ ਛੱਡ ਕੇ ਭੱਜਣ ਦੀ ਕੀਤੀ ਕੋਸ਼ਿਸ਼। ਇੱਕ ਮੁਲਜ਼ਮ ਤੋਂ ਪਹਿਲਾਂ ਹੀ ਦਰਜ ਨੇ ਕਈ ਮਾਮਲੇ। ਬਠਿੰਡਾ ਰਿਸ਼ਵਤ ਕਾਂਡ ਵਿਚਾਲੇ ਵਿਰੋਧੀਆਂ ਨੇ CM ਭਗਵੰਤ ਮਾਨ ਦੀ 2 ਟੁਕ ਬੋਲੇ ਕਾਰਵਾਈ ਕਰਦੇ ਵੇਲੇ ਨਹੀਂ ਦੇਖਦੇ ਕਿਸੇ ਦੀ ਪਾਰਟੀ ਭਾਵੇਂ ਕੋਈ ਮੇਰਾ ਹੋਵੇ ਸਕਾ ਸੰਬੰਧੀ। ਭ੍ਰਿਸ਼ਟਾਚਾਰ ਤੇ ਜ਼ੀਰੋ ਟੋਲਰੈਂਸ। ਮੁੱਖ ਮੰਤਰੀ ਮਾਨ ਦਾ ਵਿਕਰਮ ਮਜੀਠੀਆ ਤੇ ਤਿੱਖਾ ਸ਼ਬਦੀ ਵਾਰ। ਕਿਹਾ ਮਜੀਠੀਆ ਬਿਨਾ ਫੌਜ ਵਾਲਾ ਜਰਨੈਲ ਬੇਲ ਤੇ ਹੈ ਬਾਹਰ, ਬੋਲਣ ਦਾ ਨਹੀਂ ਅਧਿਕਾਰ। ਮਜੀਠੀਆ ਨੇ ਮਾਈਨਿੰਗ ਠੇਕੇਦਾਰ ਰਾਕੇਸ਼ ਚੌਧਰੀ ਨੂੰ ਲੈ ਕੇ ਕੀਤਾ ਸੀ ਚੈਲੰਜ। ਨਿਊਜ਼ 18 ਤੇ ਮਾਈਨਿੰਗ ਠੇਕੇਦਾਰ ਰਾਕੇਸ਼ ਚੌਧਰੀ ਦਾ ਦਾਅਵਾ, ਮੈਂ ਕਿਸੇ ਵੀ ਕੇਸ 'ਚ ਪਕੌੜਾ ਨਹੀਂ, ਨਾ ਹੀ ਸਰਕਾਰ ਨੇ ਮੇਰਾ ਮਾਈਨਿੰਗ ਕੰਟਰੈਕਟ ਵਧਾਇਆ। 18 ਮਾਰਚ 2023 ਤੱਕ ਮੇਰਾ ਪੁਰਾਣਾ ਕੰਟਰੈਕਟ ਹੀ ਚਾਲੂ। ਹਾਈਕੋਰਟ 'ਚ ਪਈਆਂ ਡਰੱਗ ਰਿਪੋਰਟਾਂ ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ। ਕਿਹਾ ਬੰਦ ਲਿਫਾਫੇ ਖੋਲਾਂਗੇ, ਜਿਸ ਕਿਸੇ ਦਾ ਰਿਪੋਰਟ ਹੋਏਗਾ ਨਾ ਉਸ ਖਿਲਾਫ ਕਰਾਂਗੇ ਕਾਰਵਾਈ। ਦੇਸ਼ ਭਰ 'ਚ ਮਹਾਸ਼ਿਵਰਾਤਰੀ ਦੀ ਧੂਮ। ਮੰਦਰਾਂ 'ਚ ਭੋਲੇ ਦੇ ਭਗਤਾਂ ਦਾ ਉਮੜਿਆ ਸੈਲਾਬ। ਹਰ ਸ਼ੰਭੂ ਦੇ ਜੈਕਾਰਿਆਂ ਨਾਲ ਗੂੰਜ ਰਹੇ ਸ਼ਿਵ ਮੰਦਿਰ। CM ਮਾਨ ਜਲੰਧਰ ਦੇ ਸ਼੍ਰੀ ਤਲਾਬ ਮੰਦਿਰ 'ਚ ਹੋਣਗੇ ਨਤਮਸਤਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਇੱਕ ਵੱਡੀ ਖਬਰ ਨਾਲ, ਜੋ ਕਿ ਨਿੱਕੀ ਯਾਦਵ ਕਤਲकांड ਨਾਲ ਜੁੜੀ ਹੋਈ ਹੈ। ਨਿੱਕੀ ਯਾਦਵ ਕਤਲकांड ਨਾਲ ਜੁੜੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਨਿੱਕੀ ਦੇ ਸਾਹਿਲ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਦੱਸਦੇ ਕਿ ਦਿੱਲੀ ਪੁਲਿਸ ਦੇ ਸੂਤਰਾਂ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਨਿੱਕੀ ਤੇ ਸਾਹਿਲ ਦਾ ਵਿਆਹ ਹੋ ਚੁੱਕਿਆ ਸੀਗਾ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਨਿੱਕੀ ਤੇ ਸਾਹਿਲ ਦਾ ਵਿਆਹ ਹੋ ਚੁੱਕਿਆ ਸੀਗਾ। ਦੋਹਾਂ ਨੇ 2020 ਚ ਵਿਆਹ ਕਰਵਾਇਆ ਸੀਗਾ। ਕਾਬਿਲੇ ਗੌਰ ਹੈ ਕਿ ਨੋਇਡਾ ਦੇ ਇੱਕ ਮੰਦਿਰ 'ਚ ਦੋਹਾਂ ਦੇ ਵੱਲੋਂ ਵਿਆਹ ਰਚਾਇਆ ਗਿਆ ਸੀਗਾ। ਸਾਹਿਲ ਦੇ ਪਰਿਵਾਰ ਨੇ ਲੁਕੋ ਕੇ ਰੱਖੀ ਸੀ ਵਿਆਹ ਦੀ ਗੱਲ। ਦੱਸ ਦਈਏ ਕਿ ਸਾਹਿਲ ਦੇ ਪਰਿਵਾਰ ਨੇ ਦੂਜੀ ਲੜਕੀ ਦੇ ਪਰਿਵਾਰ ਤੋਂ ਵੀ ਵਿਆਹ ਦੀ ਗੱਲ ਲੁਕੋ ਕੇ ਰੱਖੀ ਸੀਗੀ। ਦੱਸ ਦਈਏ ਕਿ ਸਾਹਿਲ ਨੇ ਕਾਰ 'ਚ ਡੇਟਾ ਕੇਬਲ ਦੇ ਨਾਲ ਨਿੱਕੀ ਦਾ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀਗਾ, ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਆਪਣੇ ਢਾਬੇ ਦੇ ਫ੍ਰਿਜ 'ਚ ਰੱਖ ਦਿੱਤਾ ਸੀਗਾ। ਤੇ ਨਿੱਕੀ ਯਾਦਵ ਕਤਲकांड 'ਚ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ 9 ਫਰਵਰੀ ਨੂੰ ਸਾਹਿਲ ਦੇ ਵੱਲੋਂ ਅੰਗੇਜਮੈਂਟ ਆਪਣੀ ਮੰਗਣੀ ਕਰਵਾਈ ਗਈ ਸੀਗੀ। 10 ਤਰੀਕ ਨੂੰ ਵਿਆਹ ਵੀ ਕਰਵਾਇਆ ਗਿਆ, ਪਰ ਉਸ ਤੋਂ ਪਹਿਲਾਂ ਨਿੱਕੀ ਯਾਦਵ ਨੂੰ ਇਸ ਦੇ ਵਿਆਹ ਦਾ ਪਤਾ ਚੱਲ ਗਿਆ ਸੀਗਾ ਕਿ ਤੇ ਦੋਨਾਂ 'ਚ ਆਪਸੀ ਤਕਰਾਰ ਹੋਇਆ ਸੀਗਾ, ਜਿਸ ਦੇ ਚਲਦੇ ਝਗੜੇ ਦੇ ਦੌਰਾਨ ਜੋ ਸਾਹਿਲ ਹੈ ਉਸ ਦੇ ਵੱਲੋਂ ਮੋਬਾਈਲ ਦੀ ਡੇਟਾ ਕੇਬਲ ਦੇ ਨਾਲ ਉਸ ਦਾ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੇਰੇ सहयोगी शंकर आनंद फोन लाइन पे मौजूद हैं। शंकर, कह सकते हैं कि निक्की यादव कत्लकांड में एक बड़ा खुलासा हुआ है कि दोनों ने शादी करवाई हुई थी। देखिए, यहाँ पर निश्चित तौर पे ये बहुत बड़ी खबर है कि ये दोनों पहले से ही साल 2020 में ही दोनों आपस में शादी कर चुके थे। और इस बात की जानकारी साहिल गहलोत के परिवार वालों को भी थी। और उसके बावजूद जिस तरह से साहिल पर दबाव बनाया जा रहा था और उसके बाद साहिल ने इस मामले पर गुस्से में आकर जिस तरह से निक्की यादव की हत्याकांड को अंजाम दिया, तो कहीं न कहीं उसके परिवार के कई लोगों की जो भूमिका है वो अब रडार पे था। और इस मामले पर पहले ही न्यूज़ 18 ने कहा था कि इस मामले में उसके परिजनों की गिरफ्तारी की संभावना जताई थी। तो अब उसी मामले पे एक कहा जा सकता है कि बड़ी कार्रवाई भी हुई है। आरोपी साहिल गहलोत के पिता
वीरेंद्र सिंह की गिरफ्तारी कर ली गई है। वीरेंद्र सिंह के साथ साथ एक दिल्ली पुलिस के जो कांस्टेबल है उसकी भी गिरफ्तारी हुई है। दिल्ली पुलिस के क्राइम ब्रांच ने नवीन नाम के एक पुलिस कांस्टेबल को गिरफ्तार किया है और ये नवीन की जो भूमिका है वो इस हत्याकांड को अंजाम देने वाले शाहिल के साथ में एक साजिश रचने का आरोप है। नवीन हालांकि रिश्तेदार है वो साहिल का और उसका कजन है, उसका मौसी का बेटा है। तो इस तरह से कहा जा सकता है कि एक साजिश रची गई कि कैसे उसे राहत से हटाया जाए या उसके हत्याकांड को अंजाम देने के बाद किस तरह से तमाम सबूतों को मिटाया जाए। और कहा जा सकता है कि एक अवैध तरीके से लीगल जो एक मदद पहुंचाने का जो एक काम है वो करने का जो आरोप है वो नवीन पे लगा। तो इसी मामले की गंभीरता को देखते हुए क्राइम ब्रांच ने नवीन नाम के एक पुलिसकर्मी को भी गिरफ्तार कर लिया गया है और निश्चित तौर पे अब उसकी जो नौकरी है नौकरी भी जाएगी आगे और उसको नौकरी से बर्खास्त किया जा सकता है। तो एक तरह से कहा जा सकता है कि जैसे जैसे इस मामले में तफ्तीश का दायरा आगे बढ़ता जा रहा है, कई बड़े खुलासे होते जा रहे हैं और इसी मामले पर जो अन्य आरोपियों की अगर बात करें तो यहाँ पर आशीष नाम के एक शख्स है उसकी भी गिरफ्तारी हुई है। यानी कि इस मामले में कुल 5 आरोपियों की गिरफ्तारी हो चुकी है। आरोपी साहिल के पिता वीरेंद्र सिंह, उसके साहिल का एक कजन है आशीष, उसकी गिरफ्तारी हुई है। अमर और लोकेश ये दोनों भी दोस्त हैं जो साहिल की मदद कर रहे थे इस हत्याकांड में जो तमाम सबूतों को मिटाने के लिए और साहिल को एक कानूनी जो एक मदद पहुंचाने का जो एक जिस तरह से गलत तरीके से प्रयास किया जा रहा था, इस मामले में लोकेश, अमर नाम के जो साथी हैं उसको भी गिरफ्तार किया गया है। लेकिन सबसे बड़ी बात है कि दिल्ली पुलिस का एक जवान नवीन नाम का एक सिपाही उसको भी गिरफ्तार किया गया है। तो एक तरह से कह सकते हैं कि इस मामले में आने वाले वक्त में और भी खुलासे देखने को मिल सकता है। ये मामला जैसे जैसे तफ्तीश का दायरा आगे बढ़ता जा रहा है इस मामले में कई खुलासे देखने को मिल रहे हैं। जी बहुत बहुत शुक्रिया शंकर, सानू तमाम जानकारी देने ਲਈ ਤੇ ਨਿੱਕੀ ਯਾਦਵ ਕਤਲकांड ਨਾਲ ਜੁੜੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ। ਨਿੱਕੀ ਤੇ ਸਾਹਿਲ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਦੋਨਾਂ ਨੇ ਵਿਆਹ ਕਰਵਾ ਲਿਆ ਸੀਗਾ 2020 ਚ ਇੱਕ ਮੰਦਿਰ ਚ ਵਿਆਹ ਕਰਵਾਇਆ ਗਿਆ ਸੀਗਾ ਤੇ ਹੁਣ ਸ਼ੱਕ ਦੇ ਘੇਰੇ ਚ ਪਰਿਵਾਰ ਵੀ ਹੈ। ਪਰਿਵਾਰ ਤੇ ਜੋ ਹੈ ਪਰਿਵਾਰ ਤੋਂ ਜੋ ਦੂਸਰੀ ਕੁੜੀ ਦਾ ਸੀਗਾ ਪਰਿਵਾਰ ਉਸ ਤੋਂ ਵਿਆਹ ਦੀ ਗੱਲ ਛੁਪਾਈ ਗਈ ਸੀਗੀ। ਇਸ ਦੇ ਤਹਿਤ ਜਿਸ ਤਰ੍ਹਾਂ ਮੇਰੇ ਸਹਿਯੋਗੀ ਦੱਸ ਰਹੇ ਸੀਗੇ ਕਿ ਸਾਹਿਲ ਦੇ ਪਿਤਾ ਦੀ गिरफ्तारी भी हो चुकी है, दिल्ली पुलिस के कांस्टेबल की गिरफ्तारी हो चुकी है, साहिल के कजन है उसकी भी गिरफ्तारी हो चुकी है, 5 गिरफ्तारियां इस केस हुण तक हो चुकी हैं। रुकरांगे अगली खबर दा। माइनिंग दा विरोध करन ते कतल कर दिता गया। दस कि मोहाली दे लालड़ू तो खबर है जिथे कि मोहाली दे लालड़ू च माइनिंग रोकन गए एक किसान दा ही कतल कर दिता गया। किसान नूं ट्रैक्टर दे नाल कुचल के मार दिता गया। पिंड बडाना च नाजायज माइनिंग हो रही सी, जदों किसान पहुंचा नाजायज माइनिंग दा उसदे वल्लों विरोध किया गया ते उसनूं ट्रैक्टर ते थल्ले ही दरड़ के मार दिता गया। दस कि शामनट जमीन ते नाजायज माइनिंग की जा रही सी। रात करीब 11:30 बजे नाजायज माइनिंग कर रही सी ते जदों किसान उत्थे पहुंचा उसदे वल्लों विरोध किया गया ते ट्रैक्टर दे थल्ले दरड़ के ही उसनूं मार दिता गया। नाजायज माइनिंग का विरोध करने ते किसान नूं कुचल दिता गया। दस दे कि पुलिस ने 6 मुलजमां के खिलाफ पर्चा दर्ज कर लिया है। एक मुलजम गिरफ्तार भी किया गया, हालांकि 5 फरार दसे जा रहे हैं। माइनिंग का विरोध करने ते कतल कर दिता गया। दस दे कि मोहाली दे लालड़ू च माइनिंग रोकन ते गए किसान का कतल कर दिता गया है। मौके दी तस्वीरां विखा रहे हैं। पुलिस उत्थे पहुंची सीगी। पिंड बडाना च नाजायज माइनिंग हो रही सीगी। किसान उत्थे पहुंचा जदों उस वालों विरोध किया गया ते ट्रैक्टर दे नाल दरड़ के ही उसका कतल कर दिता गया। मेरे सहयोगी फोन लाइन ते मनोज राठी मौजूद ने। मनोज, असीं जानना चाहांगे, सरकार दावे करती है कि नाजायज माइनिंग ते ठल पा दी गई है ते एक मामला सामने आया जिथे कि नाजायज माइनिंग का विरोध कर रहे किसान नूं ही दरड़ दिता गया। बिल्कुल सरबजोत ये जिहड़ा मामला है काफी अहम हो जाता है करके, क्योंकि एक पासे सरकार दावे तो जरूर कर रही है कि माइनिंग बिल्कुल खत्म कर दी गई है, काफी जी की गई है, लेकिन दूजे पासे साडा संपर्क मनोज राठी नाल टुट गया है। दस दिए कि माइनिंग का विरोध करन ते कतल कर दिता गया है। ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਪਿੰਡ ਬਡਾਨਾ ਦੀਆਂ ਜਿੱਥੇ ਕਿ ਨਾਜਾਇਜ਼ ਮਾਈਨਿੰਗ ਹੋ ਰਹੀ ਸੀਗੀ। ਉੱਥੇ ਜਦੋਂ ਇੱਕ ਕਿਸਾਨ ਪਹੁੰਚਿਆ ਉਸਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਉਸ ਨੂੰ ਟਰੈਕਟਰ ਥੱਲੇ ਦਰੜ ਕੇ ਮਾਰ ਦਿੱਤਾ ਗਿਆ। ਹਾਲਾਂਕਿ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਨਾਜਾਇਜ਼ ਮਾਈਨਿੰਗ ਤੇ ਠੱਲ ਪਾ ਦਿੱਤੀ ਗਈ ਹੈ। ਪਬਲਿਕ ਮਾਈਨਿੰਗ ਸਾਈਟਸ ਦਾ ਉਦਘਾਟਨ ਵੀ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ। ਪਰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਲਾਲੜੂ ਤੋਂ ਸਾਹਮਣੇ ਆਇਆ ਹੈ। ਲਾਲੜੂ ਦੇ ਪਿੰਡ ਬਡਾਨਾ ਦਾ ਪੂਰਾ ਮਾਮਲਾ ਹੈ ਜਿੱਥੇ ਕਿ
ਨਾਜਾਇਜ਼ ਮਾਈਨਿੰਗ ਚੱਲ ਰਹੀ ਸੀਗੀ। ਉੱਥੇ ਹੀ ਜਦੋਂ ਕਿਸਾਨ ਉੱਥੇ ਪਹੁੰਚਿਆ ਉਸ ਦੇ ਵੱਲੋਂ ਨਾਜਾਇਜ਼ ਮਾਈਨਿੰਗ ਦਾ ਵਿਰੋਧ ਕੀਤਾ ਗਿਆ ਤੇ ਉਸ ਨੂੰ ਟਰੈਕਟਰ ਥੱਲੇ ਦਰੜ ਕੇ ਹੀ ਮਾਰ ਦਿੱਤਾ ਗਿਆ। ਰਾਤ ਕਰੀਬ 11:30 ਵਜੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ। ਦੱਸਦੀ ਕਿ ਪੁਲਿਸ ਨੇ ਇਸ ਬਾਬਤ 6 ਮੁਲਜ਼ਮਾਂ ਦੇ ਖਿਲਾਫ FIR ਦਰਜ ਕਰ ਲਈ ਹੈ, ਪਰ ਇੱਕ ਮੁਲਜ਼ਮ ਗ੍ਰਿਫਤਾਰ ਕਰ ਲਿਆ ਹੈ ਤੇ 5 ਫਰਾਰ ਦੱਸੇ